ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਕੀ ਕੁਛ ਹੋ ਰਿਹਾ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਜੀ ਸ਼ੇਰਗਿੱਲ ਸਾਲਮਾ ਤੋਂ, ਬਹਾਦਰ ਸਿੰਘ ਗਿੱਲ ਪੋਵਲਰ ਤੋਂ, ਸੁੱਚਾ ਸਿੰਘ ਜੀ ਫਰੇਜ਼ਨੋ ਤੋਂ, ਗੁਰਵੀਰ ਸਿੰਘ ਬਰਾੜ ਫਰੇਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ। ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਜੀ ਬਲਤੇਜ ਪੰਨੂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਪਹਿਲਾਂ ਵੀ ਬਹੁਤ ਦੇਰ ਪਹਿਲਾਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਕਿ ਜਿਹੜੇ ਕਾਂਗਰਸੀਏ ਆ, ਕਈ ਵਿਧਾਇਕ ਆ, ਉਹ ਮਜੀਠੀਏ ਦੇ ਬਹੁਤ ਖਿਲਾਫ ਆ ਤੇ ਹੁਣ ਵੀ ਉਹ ਇਕੱਠੇ ਹੋ ਰਹੇ ਉਸ ਦੇ ਅਗੇਂਸਟ। ਬਿਲਕੁਲ ਜੀ, ਲਗਾਤਾਰ ਦਬਾਅ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਇਹ ਜਿਹੜੇ ਕਾਂਗਰਸ ਦੇ ਵਿਧਾਇਕ ਨੇ, ਮੰਤਰੀ ਵੀ ਉਹਨਾਂ 'ਚ ਸ਼ਾਮਲ ਨੇ, ਉਹ ਪਾਉਂਦੇ ਰਹੇ ਨੇ। ਪਰ ਉਧਰੋਂ ਨੰਨਾ ਜਿਹੜਾ ਜੀ ਉਹ ਚੱਲਦਾ ਰਿਹਾ, ਮੈਂ ਕਾਰਵਾਈ ਨਹੀਂ ਕਰਨੀ, ਬਦਲਾਖੋਰੀ ਰਾਜਨੀਤੀ ਜਿਹੜੀ ਉਹ ਨਹੀਂ ਕਰਨੀ। ਗੁਰਦਾਸਪੁਰ ਦੀਆਂ ਚੋਣਾਂ ਦੇ ਵਿੱਚ ਜਦੋਂ ਸੁੱਚਾ ਸਿੰਘ ਨਿਗਾਹ ਨੂੰ ਪਾਸੇ ਕਰਨਾ ਪੈ ਗਿਆ ਤੇ ਉਹਦੀ ਜਗ੍ਹਾ ਦੇ ਉੱਤੇ ਫਿਰ ਬਿਕਰਮ ਸਿੰਘ ਮਜੀਠੀਆ ਲਿਆਂਦਾ ਅਕਾਲੀ ਦਲ ਨੇ। ਜੋ ਮੂੰਹ ਦੀ ਉਹਨੂੰ ਡੇਰਾ ਬਾਬਾ ਨਾਨਕ 'ਚ ਖਾਣੀ ਪਈ ਉਹ ਸਭ ਦੇ ਸਾਹਮਣੇ ਆ। ਪਰ ਉੱਥੇ ਜੋ ਕੁਛ ਬੋਲ ਬਾਣੀ ਜਿਹੜੀ ਸੀਗੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਚੱਲਦੀ ਰਹੀ ਜਿਸ ਨੀਵੇਂ ਪੱਧਰ ਦੀ, ਉਹ ਸਭ ਨੇ ਸੁਣੀ ਆ ਵੀਡੀਓਜ਼ ਦੇ ਰੂਪ ਦੇ ਵਿੱਚ, ਖਬਰਾਂ ਦੇ ਰੂਪ ਦੇ ਵਿੱਚ। ਉਹਦੇ ਤੋਂ ਵਾਹਵਾ ਜਿਹੜੇ ਜੀ ਉਹ ਔਖੇ ਹੋਏ ਕਾਂਗਰਸੀਏ ਇੱਕ ਵਾਰੀ ਫੇਰ ਜਿਹੜਾ ਜੀ ਉਹ ਇਕਜੁੱਟ ਹੋਏ ਨੇ। ਇਸ ਤੋਂ ਪਹਿਲਾਂ 40 ਦੇ ਕਰੀਬ ਜਿਹੜੇ MLA ਸੀ ਉਹਨਾਂ ਨੇ ਲਿਖਤ ਰੂਪ ਦੇ ਵਿੱਚ ਅਮਰਿੰਦਰ ਸਿੰਘ ਹੋਰਾਂ ਨੂੰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਆਖਿਆ ਸੀਗਾ। ਉਹਨਾਂ ਨੇ ਕਿਹਾ ਸੀਗਾ ਚੋਣਾਂ ਤੋਂ ਬਾਅਦ, ਜਿਹੜਾ ਗੁਰਦਾਸਪੁਰ ਦੀ ਚੋਣ ਤੋਂ ਬਾਅਦ ਦੇਖਾਂਗੇ। ਇਹ ਗੱਲ ਉਦੋਂ ਉਹਨਾਂ ਨੇ ਕਹਿ ਕੇ ਸ਼ਾਂਤ ਕਰਨ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਸੀ। ਹੁਣ ਇੱਕ ਫੇਰ ਮੀਟਿੰਗ ਜਿਹੜੀ ਆ ਜੀ ਉਹ ਜਿਹੜੇ ਵਿਧਾਇਕ ਨੇ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਘਰੇ ਜਿਹੜੀ ਆ ਜੀ ਪਰਸੋਂ ਹੋਈ ਦੱਸੀ ਦੀ ਆ। ਇਹਦੇ ਵਿੱਚ ਮਾਝਾ ਖਿੱਤੇ ਦੇ ਨਾਲ ਸੰਬੰਧਿਤ ਜਿਹੜੇ ਕਾਂਗਰਸੀਏ ਮੀਟਿੰਗ ਦੇ ਵਿੱਚ ਜਿਹੜੇ ਉਹ ਸ਼ਾਮਲ ਹੋਏ ਸੀਗੇ। ਔਰ ਇਹਦੇ ਨਾਲ ਕੱਲ ਨੂੰ ਇੱਕ ਹੋਰ ਜਿਹੜੀ ਅਹਿਮ ਮੀਟਿੰਗ ਆ ਉਹ ਹੋਣ ਜਾ ਰਹੀ ਆ ਇਸੇ ਸੰਬੰਧ ਦੇ ਵਿੱਚ ਇਹਨਾਂ ਕਾਂਗਰਸੀਆਂ ਦੀ। ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਜੀ ਇਹ ਮੀਟਿੰਗ ਹੋ ਸਕਦੀ ਆ। ਕੁਛ ਜਿਹੜੇ ਸੂਤਰ ਨੇ ਉਹ ਵੀ ਕਹਿੰਦੇ ਆ ਕਿ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਵੀ ਸ਼ਾਇਦ ਜਿਹੜੀ ਆ ਜੀ ਉਹ ਹੋ ਸਕਦੀ ਹੈ। ਜਿਹੜੀ ਪਹਿਲੀ ਮੀਟਿੰਗ ਹੈ ਐਤਵਾਰ ਨੂੰ, ਉਹ ਅਜਨਾਲੇ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਹੋਰਾਂ ਦੇ ਘਰ ਜਿਹੜੀ ਉਹ ਹੋਈ ਸੀਗੀ ਤੇ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਵੀ ਹਾਜ਼ਰ ਸੀਗੇ। ਜਿਹੜੀ ਹੁਣ ਮੀਟਿੰਗ ਹੋਣ ਜਾ ਰਹੀ ਆ ਇਹਦੇ ਜਿਹੜੀ ਪਿਛਲੀ ਮੀਟਿੰਗ ਹੋਈ ਹੈ ਜੀ, ਇਹ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਬੁਲਾਈ ਸੀਗੀ ਔਰ ਇਹ ਗੱਲ ਆਖੀ ਸੀ ਕਿ ਵਿਧਾਇਕ ਜਿਹੜੇ ਨੇ ਉਹ ਲਾਮਬੰਦ ਹੋਣ ਤਾਂ ਕਿ ਬਿਕਰਮ ਸਿੰਘ ਮਜੀਠੀਏ ਦੇ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਹੁਣ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਜੀ ਕਾਫੀ ਵਿਧਾਇਕ ਜਿਹੜੇ ਨੇ ਉਹਨਾਂ ਦੇ ਸ਼ਾਮਲ ਹੋਣ ਦੇ ਆਸਾਰ ਨੇ। ਮੰਤਰੀ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ। ਨਵਜੋਤ ਸਿੰਘ ਸਿੱਧੂ ਹੋਰੀ ਤਾਂ ਸ਼ਾਮਲ ਹੋਣਗੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹੋਣਗੇ। ਅਰੁਣਾ ਚੌਧਰੀ ਦੇ ਰੁਖ ਦੇ ਬਾਰੇ ਦੇ ਵਿੱਚ ਅਜੇ ਜਿਹੜੀ ਹੈ ਜੀ ਕੋਈ ਜਾਣਕਾਰੀ ਕਲੀਅਰ ਨਹੀਂ ਹੈ ਕਿ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਮਾਝੇ ਨਾਲ ਸੰਬੰਧਿਤ ਵਿਧਾਇਕਾਂ ਦੇ ਵੱਲੋਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਤੋਂ ਬਾਅਦ ਅਗਲੇ ਪ੍ਰੋਗਰਾਮ ਦਾ ਐਲਾਨ ਜਿਹੜਾ ਜੀ ਉਹ ਕੀਤਾ ਜਾਊਗਾ ਕਿ ਇਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦੇਣਾ ਜਾਂ ਫਿਰ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਇਕੱਠੇ ਹੋ ਕੇ ਜਿਹੜਾ ਜੀ ਉਹ ਪ੍ਰੈਸ਼ਰ ਜਿਹੜਾ ਮੁੱਖ ਮੰਤਰੀ ਹੋਰਾਂ ਦੇ ਉੱਤੇ ਪਾਉਣਾ ਹੈ। ਇਹ ਵਿਧਾਇਕ ਕਹਿੰਦੇ ਆ ਕਿ ਗੁਰਦਾਸਪੁਰ ਦੀ ਜ਼ਿਮਨੀ ਚੋਣ ਕਰਕੇ ਉਹ ਚੁੱਪ ਸੀਗੇ। ਇਹਨਾਂ ਨੂੰ ਜਿਹੜਾ ਜੀ ਹੈ ਗੁੱਸਾ ਇਸ ਗੱਲ ਦਾ ਕਿ ਜਿਹੜੇ ਪੁਲਿਸ ਮੁਖੀ ਸੀ ਉਹ ਵੀ ਬਦਲੇ ਗਏ, ਉਹਦੇ ਕਰਕੇ ਬਹੁਤੇ ਜਿਹੜੇ ਪੁਲਿਸ ਅਫਸਰ ਨੇ ਉਹੀ ਲਾਏ ਹੋਏ ਨੇ ਜਿਹੜੇ ਅਕਾਲੀਆਂ ਦੇ ਨੇੜੇ ਨੇ ਤੇ ਉਹ ਕਾਂਗਰਸੀਆਂ ਨੂੰ ਟਿੱਚ ਜਾਣਦੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਬਿਜਲੀ ਦੇ ਬਿੱਲਾਂ ਦੀ ਗੱਲ ਵੀ ਕੀਤੀ ਸੀਗੀ ਤੇ ਉਹਨਾਂ ਦੇ ਝਟਕਿਆਂ ਦੇ ਨਾਲ ਬੜੀ ਹਾਹਾਕਾਰ ਮਚੀ ਪਈ ਆ। ਬਿਲਕੁਲ ਜੀ, ਇਸ ਵੇਲੇ ਜਿਹੜਾ ਜੀ ਰੌਲਾ ਰੱਪਾ ਬਹੁਤ ਪਿਆ ਹੋਇਆ ਕਿਉਂਕਿ ਇਹ ਡਬਲ ਝਟਕਾ ਇਹਨੂੰ ਕਹਿ ਸਕਦੇ ਹੋ। ਇੱਕ ਤਾਂ 9.5% ਦੇ ਕਰੀਬ ਜਿਹੜਾ ਜੀ ਵਾਧਾ, ਦੂਸਰਾ ਜਿਹੜਾ ਜੀ ਅਪ੍ਰੈਲ ਤੋਂ ਲੱਗਣਾ। ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ, ਜਿਹੜੇ ਮਈ, ਜੂਨ, ਜੁਲਾਈ ਦੇ ਮਹੀਨੇ ਆ, ਇਹਦੇ ਦੌਰਾਨ AC ਵਗੈਰਾ ਦੀ ਵਰਤੋਂ ਹੁੰਦੀ ਆ। ਜਿੰਨੇ ਬਿੱਲ April ਤੋਂ ਨੇ ਜੀ ਉਹਨਾਂ ਸਾਰਿਆਂ ਦੇ ਉੱਤੇ ਇਹ ਵਾਧਾ ਜਿਹੜਾ ਉਹ ਲੱਗ ਕੇ ਆਊਗਾ, ਕਚੂਮਰ ਕੱਢ ਦੂਗਾ ਆਮ ਲੋਕਾਂ ਦਾ ਜੀ ਇਹ। ਔਰ ਇਹਦੇ ਕਰਕੇ ਜਿਹੜੇ ਖਪਤਕਾਰ ਨੇ ਉਹ ਵੀ ਸਾਰੇ ਦੇ ਸਾਰੇ ਵਾਧੇ ਦਾ ਵਿਰੋਧ ਜਿਹੜਾ ਜੀ ਉਹ ਕਰਦੇ
ਨਜ਼ਰ ਆ ਰਹੇ ਨੇ, ਕਿਉਂਕਿ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਇੰਡਸਟਰੀ ਨੂੰ ਜਿਹੜੀ ਬਿਜਲੀ ਆ ਉਹ ਸਸਤੀ ਦੇਣੀ ਆ, ਪਰ ਇਹ ਵਾਅਦਾ ਜਿਹੜਾ ਜੀ ਦੂਜੇ ਪਾਸੇ ਜਿੰਨਾ ਕੀਤਾ ਗਿਆ, ਜਿਸ ਹਿਸਾਬ ਦੇ ਨਾਲ ਕੀਤਾ ਗਿਆ, ਸਰਕਾਰ ਕਹਿੰਦੀ ਆ ਉਹਦੇ ਕੋਲੇ ਕੋਈ ਹੋਰ ਰਾਹ ਜਿਹੜਾ ਜੀ ਉਹ ਨਹੀਂ ਗਾ। ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਜੀ ਉਹ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਜਿਹੜਾ ਚੀਫ ਮਿਨਿਸਟਰ ਆਫਿਸ ਹੈ ਉਹਦੇ ਵੱਲੋਂ ਝੱਟ ਦੇਣੀ ਮੁੱਖ ਮੰਤਰੀ ਸਾਹਿਬ ਦੇ ਨਾਂ ਦੇ ਥੱਲੇ ਇੱਕ ਬਿਆਨ ਜਿਹੜਾ ਸੀਗਾ ਜੀ ਉਹ ਜਾਰੀ ਕੀਤਾ ਗਿਆ। ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਪੰਜਾਬ ਦੇ ਵਿੱਚ ਬਿਜਲੀ ਹਿਮਾਚਲ ਨੂੰ ਛੱਡ ਕੇ ਹੋਰ ਉੱਤਰੀ ਸੂਬਿਆਂ ਨਾਲੋਂ ਸਸਤੀ ਆ। ਜਦੋਂ ਗਲਤੀ ਦੇ ਨਾਲ ਦਾਅਵਾ ਕਰਤਾ ਜੀ, ਅਹਿਸਾਸ ਹੋ ਗਿਆ, ਬਾਅਦ ਵਿੱਚ ਦਵਾ ਬਿਆਨ ਜਿਹੜਾ ਸੀ ਇਹ ਵਾਪਸ ਲਿਆ ਗਿਆ। ਨਵਾਂ ਬਿਆਨ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਘਰੇਲੂ ਖਪਤਕਾਰਾਂ ਦੀ ਬਿਜਲੀ ਦੀਆਂ ਆਧਾਰ ਦਰਾਂ ਹਰਿਆਣਾ ਤੇ ਦਿੱਲੀ ਨਾਲੋਂ ਘੱਟ ਨੇ। ਇਹ ਮੁੜ ਕੇ ਜਿਹੜਾ ਸੀਗਾ ਜੀ ਬਾਅਦ ਦੇ ਵਿੱਚ ਬਿਆਨ ਜਾਰੀ ਕੀਤਾ ਗਿਆ। ਜਿਹੜੀਆਂ ਵਿਰੋਧੀ ਧਿਰਾਂ ਨੇ ਇਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਘੇਰਨ ਦੇ ਯਤਨਾਂ ਦੇ ਵਿੱਚ ਆ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ, ਔਰ ਉਹਨੇ ਇਹ ਭਲਕੇ 27 ਤਰੀਕ ਨੂੰ ਮਾਫ ਕਰਨਾ ਇੱਥੇ ਪਟਿਆਲੇ ਦੇ ਵਿੱਚ ਧਰਨਾ ਲਾਉਣ ਦਾ ਐਲਾਨ ਜਿਹੜਾ ਜੀ ਕੀਤਾ, ਜਿਹੜਾ ਇੱਥੇ PSPCL ਦਾ ਜਿਹੜਾ ਹੈੱਡ ਆਫਿਸ ਆ ਬਿਜਲੀ ਦਾ ਉਹਦੇ ਮੂਹਰੇ ਜਿਹੜਾ, ਔਰ ਇਹ ਆਖਿਆ ਗਿਆ ਜੀ ਕਿ ਇਹ ਦਰਾਂ ਵਧਾਉਣ ਦੇ ਵਾਸਤੇ ਉਹ ਲਗਾਤਾਰ ਸੰਘਰਸ਼ ਕਰਨਗੇ ਦਰਾਂ ਵਧਾਉਣ ਦੇ ਖਿਲਾਫ। ਹੁਣ ਇਹ ਧਰਨੇ ਦੇ ਉੱਤੇ ਡਿਪੈਂਡ ਕਰੂਗਾ ਜੀ ਕਿ ਕਿੰਨੇ ਕੁ ਲੋਕ ਇਸ ਧਰਨੇ ਦੇ ਵਿੱਚ ਜਿਹੜਾ ਉਹ ਆਉਂਦੇ ਆ ਤੇ ਜਿਹੜੇ ਪੰਜਾਬ ਦੇ ਲੋਕ ਆ ਜੀ ਉਹ ਬੋਲਦੇ ਆ ਇਸ ਵੱਡੇ ਦੇ ਵਾਧੇ ਦੇ ਵਾਸਤੇ ਜਾਂ ਨਹੀਂ। ਪਰ ਇੱਕ ਗੱਲ ਜਿਹੜੀ ਇਹਦੀ ਜ਼ਰੂਰ ਚੱਲਣੀ ਸ਼ੁਰੂ ਹੋ ਗਈ ਕਿ ਡਿਊਰਿੰਗ ਇਲੈਕਸ਼ਨ ਇਹ ਗੱਲ ਆਖੀ ਗਈ ਸੀ ਕਿ ਜਿਹੜੀਆਂ ਪ੍ਰਾਈਵੇਟ ਫਰਮਾਂ ਤੋਂ ਬਿਜਲੀ ਜਿਹੜੀ ਉਹ ਖਰੀਦੀ ਜਾ ਰਹੀ ਆ ਉਹਦੀ ਤਹਿਕੀਕਾਤ ਜਿਹੜੀ ਉਹ ਕੀਤੀ ਜਾਊਗੀ। ਕੋਈ ਤਹਿਕੀਕਾਤ ਨਹੀਂ ਹੋਈ। ਜਿਹੜੇ ਥਰਮਲ ਪਲਾਂਟ ਨੇ ਸਰਕਾਰੀ ਉਹ ਬੰਦ ਕਰ ਦਿੱਤੇ ਗਏ ਨੇ ਜਿੱਥੋਂ ਸਸਤੀ ਬਿਜਲੀ ਜਿਹੜੀ ਆ ਉਹ ਪ੍ਰੋਡਿਊਸ ਹੁੰਦੀ ਸੀਗੀ। ਹੁਣ ਇਹ ਫਰਮਾਂ ਦੇ ਨਾਲ ਜਿਹੜੀ ਪਿਛਲੀ ਸਰਕਾਰ ਸਮਝੌਤੇ ਕਰ ਗਈ, ਕਿੰਨੇ ਸਾਲਾਂ ਦੇ ਇਹ ਸਮਝੌਤੇ ਆ ਕਿਸੇ ਕੋਲੇ ਕੋਈ ਜਾਣਕਾਰੀ ਨਹੀਂ। ਕਦੋਂ ਤੱਕ ਪੰਜਾਬ ਜਿਹੜਾ ਜੀ ਇਹ ਮਹਿੰਗੀ ਬਿਜਲੀ ਭੁਗਤੂਗਾ ਕੁਛ ਨਹੀਂ ਪਤਾ। ਤੁਹਾਨੂੰ ਯਾਦ ਹੋਣਾ ਜਦੋਂ ਮੁੱਖ ਮੰਤਰੀ ਪਿਛਲੇ ਦਿਨੀ ਮੁੰਬਈ ਗਏ ਸਨ ਕੁਛ ਮਹੀਨੇ ਪਹਿਲਾਂ, ਜਿਹੜੇ ਉੱਥੋਂ ਦੇ ਇੰਡਸਟਰੀਅਲਿਸਟ ਸੀਗੇ ਉਹਨਾਂ ਨੂੰ ਇੱਥੇ ਅਟਰੈਕਟ ਕਰਨ ਦੇ ਵਾਸਤੇ ਇਹ ਕਿਹਾ ਸੀ 5 ਰੁਪਏ ਤੁਹਾਨੂੰ ਬਿਜਲੀ ਦੇਵਾਂਗੇ। ਅੱਗੋਂ ਦੋ ਫਰਮਾਂ ਨੇ ਇਹ ਕਿਹਾ ਸੀਗਾ, ਇੱਕ ਕਹਿੰਦੀ 3 ਰੁਪਏ ਸਾਡੇ ਕੋਲੋਂ ਲੈ ਲਓ, ਦੂਜੀ ਕਹਿੰਦੀ 2 ਰੁਪਏ 35 ਪੈਸੇ ਤੋਂ ਲੈ ਕੇ ਪੌਣੇ 3 ਰੁਪਏ ਪਰ ਯੂਨਿਟ ਦੇ ਨਾਲ ਸਾਡੇ ਕੋਲੋਂ ਲੈ ਲਓ। ਜੇ ਬਾਹਰੋਂ ਬਿਜਲੀ ਇੰਨੇ ਦੀ ਮਿਲ ਰਹੀ ਆ ਫਿਰ ਇਹਨਾਂ ਫਰਮਾਂ ਦੇ ਨਾਲ ਕੀਤੇ ਗਏ ਸਮਝੌਤੇ ਜਿਹੜੇ ਨੇ ਜੀ ਉਹ ਇਸ ਚੀਜ਼ ਦੀ ਮੰਗ ਤਾਂ ਕਰਦੇ ਆ ਕਿ ਇਹਦੀ ਚੀਰ ਫਾੜ ਕੀਤੀ ਜਾਵੇ ਕਿ ਹੋਇਆ ਕੀ ਤੇ ਕਿਹਦੀਆਂ ਇਹ ਫਰਮਾਂ ਨੇ। ਜੀ ਬਿਲਕੁਲ, ਜੇ ਸਸਤੀ ਮਿਲਦੀ ਆ ਤੇ ਲੈਣੀ ਚਾਹੀਦੀ ਆ। ਤੇ ਅੱਗੇ ਆਪਾਂ ਕੋਲਿਆਂ ਵਾਲੀ ਦੀ ਗੱਲ ਕੀਤੀ ਸੀ ਕਿ ਉਸ ਦੇ ਮੁੰਡੇ ਨੂੰ ਕੁੱਟਿਆ ਗਿਆ ਸੀਗਾ ਤੇ ਉਹਨਾਂ ਨੇ ਕੇਸ ਵੀ ਦਰਜ ਕਰਾਏ ਸੀ, ਪਰ ਉਸ ਦੇ ਵਿੱਚ ਕ੍ਰਾਸ ਪਰਚਾ ਦਰਜ ਹੋ ਗਿਆ ਕੋਲਿਆਂ ਵਾਲੀ ਤੇ ਉਸ ਦੇ ਮੁੰਡੇ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਬਿਲਕੁਲ ਜੀ, ਐਕਚੁਅਲੀ ਪਹਿਲਾਂ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਕਾਂਗਰਸੀ ਕੁਝ ਆਗੂ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਦਰਜ ਕੀਤਾ ਗਿਆ ਆ। ਜਿਹੜਾ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਆ ਉਹਦੇ ਮੁੰਡੇ ਦੀ ਜਿਹੜੀ ਕੁੱਟਮਾਰ ਹੋਈ ਆ ਜਿਹਦੇ ਵਿੱਚ ਉਹਦੀ ਲੱਤ ਤੋੜੀ ਗਈ ਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸ਼ੁਭਦੀਪ ਸਿੰਘ ਬਿੱਟੂ ਤੇ ਉਹਦੇ ਸਾਥੀ ਗੁਰਮੀਤ ਸਿੰਘ ਨੇ ਜਿਹੜਾ ਦੀ ਮਲੋਟ ਦੀ ਪੁੱਡਾ ਕਾਲੋਨੀ ਦੇ ਵਿੱਚ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਸਿਟੀ ਪੁਲਿਸ ਨੇ ਮਲੋਟ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ, ਉਹਦੇ ਪੁੱਤ ਪਰਮਿੰਦਰ ਸਿੰਘ, ਭਤੀਜੇ ਪ੍ਰਦੀਪ ਤੇ 2 ਹੋਰ ਅਕਾਲੀਆਂ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ। ਇਸ ਕੇਸ ਦੇ ਵਿੱਚ ਜਿਹੜਾ ਜੀ ਨਵਜਿੰਦਰ ਸਿੰਘ, ਹਰਦੀਪ ਸਿੰਘ, ਦੀਪਾ ਤੇ ਦਿਆਲ ਸਿੰਘ ਦੇ ਜਿਹੜੇ ਆ ਜੀ ਇਹ ਰਿਸ਼ਤੇਦਾਰ ਦੱਸੇ ਜਾ ਰਹੇ ਆ ਜੀ, ਔਰ ਇਹਨਾਂ ਨੂੰ ਇਹਦੇ ਵਿੱਚ ਨਾਮਜ਼ਦ ਕੀਤਾ। 307, 323, 506 ਦੇ ਉੱਤੇ ਲੱਗੀ ਹੈ ਜੀ ਇਰਾਦਾ ਕਤਲ ਦੀ। ਅਸਲਾ ਐਕਟ ਦੀ ਧਾਰਾ 25 ਤੇ 27 ਵੀ ਇਹਦੇ ਉੱਤੇ ਜਿਹੜੀ ਆ ਜੀ ਉਹ ਦਰਜ ਕੀਤੀ ਗਈ ਆ। ਗੁਰਮੀਤ ਸਿੰਘ ਜਿਹੜਾ ਥਰਾਜਵਾਲਾ ਦਾ ਰਹਿਣ ਵਾਲਾ ਜਿਹਦੇ ਪੈਰ ਦੇ ਉੱਤੇ ਗੋਲੀ ਲੱਗੀ ਆ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਦਾਖਲ ਹੈ। ਉਹਨੇ ਕਿਹਾ ਕਿ ਉਹਦਾ ਦੋਸਤ ਸੋਨੂ ਸਕੂਟਰ ਤੇ ਜਾ ਰਹੇ ਸੀਗੇ, ਜਦੋਂ ਉਹਦੇ ਸਕੂਟਰ ਦੇ ਵਿੱਚ ਜਿਹੜੀ ਦੀ ਉਹ ਕਾਰ ਮਾਰੀ ਗਈ, ਗੋਲੀਆਂ ਚਲਾਈਆਂ ਗਈਆਂ, ਰਾਡਾਂ ਤੇ ਡਾਂਗਾਂ ਦੇ ਨਾਲ ਉਹਦੇ ਉੱਤੇ ਜਿਹੜਾ ਸੀਗਾ ਉਹ ਹਮਲਾ ਕੀਤਾ ਗਿਆ, ਜਿਹਦੇ ਕਰਕੇ ਸੋਨੂ ਦੇ ਵੀ ਜਿਹੜਾ ਉਹ ਸੱਟਾਂ ਲੱਗੀਆਂ। ਇੰਸਪੈਕਟਰ ਜਿਹੜਾ ਜੀ ਜਿਹਨੇ ਪਰਚਾ ਦਰਜ ਕੀਤਾ ਉਹ ਕਹਿੰਦਾ ਕਿ ਦਿਆਲ ਸਿੰਘ ਕੋਲਿਆਂ ਵਾਲੀ, ਪਰਮਿੰਦਰ ਸਿੰਘ, ਪ੍ਰਦੀਪ, ਹਰਦੀਪ, ਨਵਜਿੰਦਰ ਖਿਲਾਫ ਇਰਾਦਾ ਕਤਲ ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਦੂਜੇ ਪਾਸੇ ਪੁਲਿਸ ਦੇ ਵੱਲੋਂ ਪਰਮਿੰਦਰ ਸਿੰਘ ਤੇ ਹਮਲਾ ਕਰਨ ਵਾਲੇ ਮਾਮਲੇ ਦੇ ਵਿੱਚ ਸ਼ੁਭਦੀਪ ਸਿੰਘ ਬਿੱਟੂ, ਉਹਦਾ ਚਾਚਾ ਬਖਸ਼ੀਸ਼ ਸਿੰਘ ਸਿੱਧੂ, ਧਨਜੀਤ ਸਿੰਘ ਧੰਨਾ ਜਿਹੜਾ ਬਖਸ਼ੀਸ਼ ਦਾ ਮੁੰਡਾ, ਮਨਪ੍ਰੀਤ ਮੰਨਾ ਜਿਹੜਾ ਸ਼ੁਭਦੀਪ ਦਾ ਰਿਸ਼ਤੇਦਾਰੀ ਤੋਂ ਭਰਾ ਲੱਗਦਾ ਹੈ, ਤੇ 9 ਹੋਰਾਂ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਜਿਹੜਾ ਜੀ ਉਹ ਕੀਤਾ ਗਿਆ। ਪਰਮਿੰਦਰ ਸਿੰਘ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਹੈ। ਜਿਹੜਾ ਮਾਮਲਾ ਦਰਜ ਕੀਤਾ ਗਿਆ ਇਸ ਸਾਰੇ ਹਮਲੇ ਦੇ ਵਿੱਚ ਉਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਆ ਜੀ ਉਹ ਨਹੀਂ ਹੋਈ।
ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ ਦੁਸ਼ਮਣੀ ਆ ਕਿਸੇ ਟਾਈਮ ਦੋਸਤੀ ਹੁੰਦੀ ਸੀਗੀ, ਬਾਅਦ ਦੇ ਵਿੱਚ ਦੁਸ਼ਮਣੀ ਦੇ ਵਿੱਚ ਬਦਲ ਗਈ। ਕ੍ਰਾਸ ਪਰਚਾ ਜਿਹੜਾ ਜੀ ਉਹ ਜ਼ਰੂਰ ਦਰਜ ਹੋ ਗਿਆ, ਪਰ ਜਿਹੜੇ ਸੂਤਰ ਨੇ ਇਸ ਏਰੀਏ ਦੇ ਉਹ ਇਹ ਕਹਿੰਦੇ ਆ ਕਿ ਇਹ ਦੁਸ਼ਮਣੀ ਇੱਥੇ ਖਤਮ ਨਹੀਂ ਹੋਊਗੀ। ਇਹ ਕਿਹੋ ਜਿਹਾ ਖਤਰਨਾਕ ਰੂਪ ਅੱਗੋਂ ਧਾਰਨ ਕਰਦੀ ਆ, ਇਹ ਜਿਹੜਾ ਜੀ ਉਹ ਵੇਖਣਾ ਹੋਊਗਾ। ਜਿਹੜਾ ਦਿਆਲ ਸਿੰਘ ਕੋਲਿਆਂਵਾਲੀ ਆ ਉਹ ਬਾਦਲ ਪਰਿਵਾਰ ਦੇ ਵਾਸਤੇ ਕਿੰਨਾ ਅਹਿਮ ਹੈ। ਬਾਦਲ ਸਾਹਿਬ ਦੂਜੇ ਦਿਨ ਵੀ ਜਿਹੜਾ ਜੀ ਉੱਥੇ ਮੈਕਸ ਹਸਪੀਟਲ ਦੇ ਵਿੱਚ ਉਹਦੇ ਮੁੰਡੇ ਦੇ ਕੋਲ ਜਾ ਕੇ ਜਿਹੜਾ ਜੀ ਉਹ ਬੈਠੇ ਰਹੇ। ਪਹਿਲੇ ਦਿਨ ਉਹ 3 ਘੰਟੇ ਤੋਂ ਵੱਧ ਸਮਾਂ ਰਹੇ। ਇੱਥੋਂ ਤੱਕ ਕਿ ਅਕਾਲ ਤਖਤ ਦੇ ਜਥੇਦਾਰ ਯਾਨੀ ਗੁਰਬਚਨ ਸਿੰਘ ਹੁਰੀ ਵੀ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਗਏ ਔਰ ਉੱਥੇ ਕਾਫੀ ਸਮਾਂ ਉਹਦਾ ਪਤਾ ਸੁਰ ਲੈਂਦੇ ਰਹੇ। ਬਿਲਕੁਲ ਜੀ। ਪਰ ਜਦੋਂ ਬਰਗਾੜੀ ਕਾਂਡ ਨੂੰ ਯਾਦ ਕਰਦੇ ਆ, 2 ਮੁੰਡੇ ਸ਼ਹੀਦ ਕਰ ਦਿੱਤੇ ਗਏ ਸੀ, ਉਸ ਵੇਲੇ ਇਸ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਬੋੜਿਆ, ਕੋਈ ਜਥੇਦਾਰ ਨਹੀਂ ਬੋੜਿਆ ਸੀਗਾ। ਪਰ ਦੇਖੋ ਰਾਜਨੀਤੀ ਆ। ਤੇ ਅੱਗੇ ਆਪਾਂ RSS ਦੇ ਸਮਾਗਮ ਦੀ ਜੇ ਗੱਲ ਕਰਦੇ ਹਾਂ ਤੇ ਉਸ ਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਆ, ਪਰ ਇਕਬਾਲ ਸਿੰਘ ਬਾਰੇ ਬੜੇ ਭੰਬਲ ਭੁੱਸੇ ਆ ਜੇ। ਦੇਖੋ ਜੀ, ਅੱਜ ਇਹ ਸਮਾਗਮ ਜਿਹੜਾ ਹੋ ਰਿਹਾ, ਜਿਹੜਾ ਆਖਿਆ ਗਿਆ RSS ਦੇ ਵੱਲੋਂ ਰਾਸ਼ਟਰੀ ਜਿਹੜੀ ਸਿੱਖ ਸੰਗਤ ਬਣਾਈ ਹੋਈ ਹੈ ਜੀ ਕਿ ਉਹਦੇ ਵੱਲੋਂ ਕਿ 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਸੀਗਾ ਉਸ ਮਾਮਲੇ 'ਚ ਤਾਲਕ ਤੋਰਾ ਸਟੇਡੀਅਮ ਦੇ ਵਿੱਚ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ। ਕਿਉਂਕਿ ਕੱਲ ਆਪਾਂ ਗੱਲ ਸਾਂਝੀ ਕੀਤੀ ਸੀਗੀ ਕਿ RSS ਮਾਫ਼ ਕਰਨਾ ਅਕਾਲ ਤਖਤ ਦੇ ਵੱਲੋਂ ਜਿਹੜਾ ਸੰਦੇਸ਼ ਆਇਆ ਉਹ ਕਹਿੰਦਾ ਹੈ ਕਿ ਇਹਦੇ ਵਿੱਚ ਜਿਹੜਾ ਜੀ ਕੋਈ ਸਿੱਖ ਸ਼ਾਮਲ ਨਾ ਹੋਵੇ। ਸਾਲ 2004 ਦੇ ਵਿੱਚ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਹਦੇ ਉੱਤੇ ਕਿਹਾ ਗਿਆ ਕਿ ਪਹਿਰਾ ਜਿਹੜਾ ਉਹ ਦਿੱਤਾ ਜਾਵੇ। ਹੁਣ ਸਵਾਲ ਇਹ ਹੈ ਕਿ 2 ਚੀਜ਼ਾਂ ਨੇ। ਕੱਲ ਵੀ ਮੈਂ ਗੱਲ ਸਾਂਝੀ ਕੀਤੀ ਸੀ, ਜਿਹੜਾ ਹੁਕਮਨਾਮਾ ਸੀਗਾ ਉਹਦੇ ਉੱਤੇ ਵੀ ਇਕਬਾਲ ਸਿੰਘ ਹੋਰਾਂ ਦੀ ਦਸਖਤ ਹੈ ਤੇ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਹਿੰਦੀ ਦੇ ਵਿੱਚ ਹੈ ਇਹ ਜਿਹੜਾ ਰਾਸ਼ਟਰੀ ਸਿੱਖ ਸੰਗਤ ਦੇ ਵੱਲੋਂ, ਉਹਦੇ ਉੱਤੇ ਵੀ ਇਕਬਾਲ ਸਿੰਘ ਹੋਰਾਂ ਦਾ ਜਿਹੜਾ ਜੀ ਉਹ ਨਾਮ ਹੈ ਮੇਨ ਜਿਹੜੇ ਨੇ ਸਾਰੇ ਕਰਨ ਵਾਲੇ। ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਅਜੇ ਤੱਕ ਇਹ ਕੋਈ ਜਾਣਕਾਰੀ ਨਹੀਂ ਗਈ ਕਿ ਜਥੇਦਾਰ ਇਕਬਾਲ ਸਿੰਘ ਜਿਹੜਾ ਜੀ ਉਹ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਕਿਉਂਕਿ ਜੇ ਤਾਂ ਉਹ ਸ਼ਾਮਲ ਹੁੰਦੇ ਆ ਤੇ ਅਕਾਲ ਤਖਤ ਦੇ ਵੱਲੋਂ ਜਿਹੜੇ ਹੁਣ ਦੁਬਾਰਾ ਫੇਰ ਸੰਦੇਸ਼ ਜਾਰੀ ਕੀਤੇ ਗਿਆ ਉਹਦੀ ਜਿਹੜੀ ਜੀ ਉਹ ਉਹਦੇ ਉਲਟ ਚੱਲਣਗੇ। ਪਰ ਜੇ ਨਹੀਂ ਜਾਂਦੇ ਤੇ ਸਮਾਗਮਾਂ ਨੂੰ ਕਰਾਉਣ ਵਾਲੇ ਲੋਕਾਂ ਦੇ ਵਿੱਚ ਇਹ ਮੇਨ ਨੇ ਜੀ, ਤੇ ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਫਿਰ ਜਿਹੜਾ ਜੀ ਇਹ ਛੱਡਦੇ ਨੇ। ਔਰ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਇੱਕ ਮੈਂਬਰ ਨੇ ਇਹ ਕਹਿਤਾ ਕਿ ਜਿਹੜੇ ਰਾਸ਼ਟਰਪਤੀ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਸ਼ਟਰਵਾਦੀ ਕਹਿਣਾ ਜਿਹੜਾ ਜੀ ਉਹ ਤੰਗ ਦਿਲੀ ਹੈ। ਉਧਰ ਸਾਬਕਾ ਜਥੇਦਾਰ ਅਕਾਲ ਤਖਤ ਦੇ ਜਿਹੜੇ ਜੋਗਿੰਦਰ ਸਿੰਘ ਵੇਦਾਂਤੀ ਨੇ ਉਹਨਾਂ ਨੇ ਦਾਅਵਾ ਇਹ ਕੀਤਾ ਕਿ RSS ਤੇ ਰਾਸ਼ਟਰੀ ਸਿੱਖ ਸੰਗਤ ਦੇ ਵਿਰੁੱਧ ਜਾਰੀ ਹੁਕਮਨਾਮੇ ਨੂੰ ਬਦਲਵਾਉਣ ਦੇ ਵਾਸਤੇ ਉਹਨਾਂ ਦੇ ਉੱਤੇ ਦਬਾਅ ਜਿਹੜਾ ਜੀ ਉਸ ਟਾਈਮ ਪਾਇਆ ਗਿਆ ਸੀ। ਉਹਨਾਂ ਨੇ ਕਿਹਾ ਇੱਕ ਤਾਂ ਮਰਹੂਮ ਰੁਲਦਾ ਸਿੰਘ ਤੇ ਉਹਨਾਂ ਦੇ ਨਾਲ 1-2 ਬੰਦੇ ਹੁਕਮਨਾਮਾ ਬਦਲਾਉਣ ਦੇ ਵਾਸਤੇ ਉਹਨਾਂ ਦੇ ਕੋਲੇ ਆਉਂਦੇ ਰਹੇ ਸੀਗੇ, ਪਰ ਉਹਨਾਂ ਨੇ ਇਹ ਹੁਕਮਨਾਮਾ ਜਿਹੜਾ ਜੀ ਉਹ ਰੱਦ ਨਹੀਂ ਕੀਤਾ। ਉਹਨਾਂ ਨੇ ਇਹ ਗੱਲ ਵੀ ਜਿਹੜੀ ਆਖੀ ਸੀ ਕਿ 2001 ਦੇ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਉਦੋਂ ਦੇ ਉਪ ਚੇਅਰਮੈਨ ਤਰਲੋਚਨ ਸਿੰਘ ਤੇ ਸੰਘ ਦੇ ਬੁਲਾਰੇ ਜਿਹੜੇ ਸੀਗੇ ਜੀ ਉਹਨਾਂ ਦੇ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਉਹਨਾਂ ਨੇ ਜਿਹੜੇ ਲਿਖਤੀ ਤੌਰ ਦੇ ਉੱਤੇ ਦਸਤਾਵੇਜ਼ ਦਿੱਤੇ ਸੀਗੇ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇਸ ਗੱਲ ਨੂੰ ਉਹਨਾਂ ਨੇ ਰੱਦ ਕੀਤਾ। ਉਹ ਕਹਿੰਦੇ ਏਦਾਂ ਦੀ ਕੋਈ ਗੱਲ ਨਹੀਂ ਸੀ ਹੋਈ। ਜੋਗਿੰਦਰ ਸਿੰਘ ਵੇਦਾਂਤੀ ਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਹੈ। ਸੋ ਅੱਜ ਦਾ ਦਿਨ ਜਿਹੜਾ ਜੀ ਇਸ ਪੱਖੋਂ ਅਹਿਮ ਹੋਊਗਾ ਕਿ ਜਿਹੜਾ RSS ਦਾ ਸਮਾਗਮ ਹੈ, ਹੁਣ ਜਦੋਂ ਸਿੱਖਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਹਦੇ ਵਿੱਚ ਸ਼ਾਮਲ ਨਾ ਹੋਣ, ਉਹ ਕਿੰਨਾ ਸਕਸੈਸਫੁਲ ਹੁੰਦਾ। ਪਰ ਜ਼ਿਆਦਾ ਜਿਹੜੀ ਹੈ ਜੀ ਉਹ ਨਿਗਾਹ ਇਸ ਚੀਜ਼ ਵੱਲ ਲੱਗੀ ਰਹੀ ਹੋਈ ਕਿ ਇਹਦੇ ਜਿਹੜੇ ਮੇਨ ਪ੍ਰਬੰਧਕਾਂ ਦੇ ਵਿੱਚੋਂ ਇਕਬਾਲ ਸਿੰਘ ਨੇ ਉਹ ਇੱਥੇ ਸ਼ਾਮਲ ਹੁੰਦੇ ਆ ਕਿ ਨਹੀਂ। ਤੇ ਜੀ ਅੱਗੇ ਆਪਾਂ ਨਰਸਰੀ ਸਕੂਲਾਂ ਦੀ ਗੱਲ ਕਰੀਏ ਕਿ ਨਰਸਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਜਿਹੜੀ ਗਿਣਤੀ ਆ ਉਹ ਜਿਹੜੇ ਸਕੂਲ ਆ ਬੰਦ ਹੋ ਰਹੇ 800 ਸਕੂਲ ਆ ਉਹੀ ਬਚਾ ਸਕਦੇ ਉਹਨਾਂ ਦੀ ਗਿਣਤੀ ਜਿਹੜੀ। ਬਿਲਕੁਲ ਜੀ। ਐਕਚੁਅਲੀ ਕੱਲ ਜਿਹੜੀ ਇੱਕ ਮੀਟਿੰਗ ਹੋਈ ਹੈ ਜੀ ਵੱਖ-ਵੱਖ ਪ੍ਰਾਇਮਰੀ ਸਕੂਲ ਯੂਨੀਅਨ ਵੱਲੋਂ ਬਣਾਏ ਸਕੂਲ ਸਿੱਖਿਆ ਬਚਾਓ ਮੰਚ ਦੇ ਵਫਦ ਦੇ ਨਾਲ, ਇਹਦੇ ਵਿੱਚ 20 ਤੋਂ ਘੱਟ ਜਿਹੜੇ ਜਿੱਥੇ ਵਿਦਿਆਰਥੀ ਨੇ 800 ਪ੍ਰਾਇਮਰੀ ਸਕੂਲਾਂ ਦਾ ਵਜੂਦ ਬਚਾਉਣ ਦੀ ਜਿਹੜੀ ਸੰਭਾਵਨਾ ਤਲਾਸ਼ਣ ਲਈ ਨਰਸਰੀ ਜਮਾਤਾਂ ਸ਼ੁਰੂ ਕਰਨ ਦਾ ਛੇਤੀ ਸ਼ੁਰੂ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਇਹ ਜਮਾਤਾਂ ਜਿਹੜੀਆਂ ਹੁਣ 14 ਨਵੰਬਰ ਦੀ ਜਗ੍ਹਾ ਦੇ ਉੱਤੇ ਅੱਜ ਤੋਂ ਜਿਹੜੀਆਂ ਜੀ ਉਹ ਸ਼ੁਰੂ ਹੋ ਜਾਣਗੀਆਂ। ਇਸ ਮੀਟਿੰਗ ਦੇ ਵਿੱਚ ਇਹ ਵੀ ਸਹਿਮਤੀ ਬਣੀ ਹੈ ਕਿ ਜੇ ਨਰਸਰੀ ਜਮਾਤਾਂ ਸ਼ੁਰੂ ਕਰਨ ਦੇ ਨਾਲ 800 ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 20 ਤੱਕ ਪਹੁੰਚ ਜੂਗੀ ਤਾਂ ਇਸ ਮਾਮਲੇ ਦੇ ਉੱਤੇ ਮੁੜ ਕੇ ਜਿਹੜਾ ਜੀ ਉਹ ਵਿਚਾਰ ਕੀਤਾ ਜਾ ਸਕਦਾ। ਜਿਹੜੀਆਂ ਅਧਿਆਪਕ ਜਥੇਬੰਦੀਆਂ ਇਹਦੇ ਵਿੱਚ ਜਿਹੜੀਆਂ ਸ਼ਾਮਲ ਹੋਈਆਂ ਨੇ ਉਹਨਾਂ ਨੇ ਇਹ ਗੱਲ ਆਖੀ ਆ ਕਿ ਨਰਸਰੀ ਜਮਾਤਾਂ ਸ਼ੁਰੂ ਨਹੀਂ ਹੋਈਆਂ ਤੇ ਇਹ ਸੈਸ਼ਨ ਅਜੇ ਅੱਧ ਵਾਟੇ ਆ। ਹੁਣੇ ਕਿਵੇਂ ਜਿਹੜਾ ਦੀ ਉਹ ਸਿੱਖਿਆ ਵਿਭਾਗ ਇਹ ਕਹਿ ਸਕਦਾ ਕਿ ਉੱਥੇ 20 ਦੀ ਗਿਣਤੀ ਹੈ ਨਹੀਂ ਗੀ ਤੇ ਇਸ ਕਰਕੇ ਸਕੂਲ ਜਿਹੜੇ ਬੰਦ ਕਰਨੇ ਪੈ ਰਹੇ ਆ। ਫਰਕ ਤਾਂ ਜਿਹੜਾ ਦੀ ਗੱਲ ਦੇ ਵਿੱਚ ਹੈਗਾ। ਸੋ ਵਫਦ ਨੇ ਨਰਸਰੀ ਜਮਾਤਾਂ ਇਹ ਕਿਹਾ ਕਿ ਇਉਂ ਕਰ ਲਓ ਕਿ ਸ਼ੁਰੂ ਹੁਣੇ ਕਰ ਲਓ।
25 ਨਵੰਬਰ ਤੱਕ ਇੰਤਜ਼ਾਰ, ਜਿਹੜਾ 14 ਨਵੰਬਰ ਤੱਕ ਇੰਤਜ਼ਾਰ ਨਾ ਕੀਤਾ ਜਾਵੇ। ਸੋ ਇਸ ਕਰਕੇ ਅੱਜ ਤੋਂ ਜਿਹੜੀ ਹੈ ਜੀ ਇਹ ਸ਼ੁਰੂ ਹੋ ਜੂਗੀ। ਜਿਹੜੇ ਕ੍ਰਿਸ਼ਨ ਕੁਮਾਰ ਨੇ, ਜਿਹੜੇ ਇਹ ਐਜੂਕੇਸ਼ਨ ਡਿਪਾਰਟਮੈਂਟ ਦੇ ਸੈਕਟਰੀ ਨੇ, ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਲਿਆਂਦਾ ਗਿਆ ਜੀ ਕਿ ਬੰਦ ਕੀਤੇ ਗਏ 800 ਸਕੂਲਾਂ ਦਾ 1 ਕਿਲੋਮੀਟਰ ਦੇ ਘੇਰੇ ਦੇ ਵਿੱਚ ਹੋਰ ਸਕੂਲਾਂ 'ਚ ਰੜੇਵੇਂ ਦੇ ਵਾਸਤੇ ਜਿਹੜਾ GPS ਸਿਸਟਮ ਵਰਤਿਆ ਗਿਆ ਉਹ ਠੀਕ ਨਹੀਂ ਹੈ, ਕਿਉਂਕਿ ਇਹਦੇ ਨਾਲ 1 ਕਿਲੋਮੀਟਰ ਤੱਕ ਰੜੇਵਾ ਨਹੀਂ ਹੋਊਗਾ, ਕਈ ਕਿਲੋਮੀਟਰ ਤੱਕ ਦੂਰ ਜਿਹੜਾ ਜੀ ਉਹ ਸਕੂਲ ਪੈ ਜਾਊਗਾ। ਤੇ ਛੋਟੇ ਬੱਚੇ ਜਿਹੜੇ ਨੇ ਉਹ ਕਿਵੇਂ ਉੱਥੇ ਪਹੁੰਚਣਗੇ ਉਹਨਾਂ ਸਕੂਲਾਂ ਤੱਕ। ਔਰ ਇੱਕ ਕਿਸਮ ਦੇ ਨਾਲ ਜਿਹੜੇ ਪ੍ਰਾਈਵੇਟ ਸਕੂਲ ਨੇ, ਜਿਹੜੇ ਦੰਦ ਲਾਉਂਦੇ ਫਿਰਦੇ ਨੇ ਹਰ ਜਗ੍ਹਾ ਦੇ ਉੱਤੇ, ਉਹਨਾਂ ਨੂੰ ਹੀ ਬੂਸਟ ਜਿਹੜਾ ਜੀ ਇਹਦੇ ਨਾਲ ਮਿਲੂਗਾ। ਔਰ ਇਹ ਜਿਹੜੀਆਂ ਤੁਰੰਤ ਜਿਹੜੀਆਂ ਕਲਾਸਾਂ ਨੇ ਨਰਸਰੀ ਦੀਆਂ ਉਹ ਸ਼ੁਰੂ ਕੀਤੀਆਂ ਗਈਆਂ ਨੇ। ਕ੍ਰਿਸ਼ਨ ਕੁਮਾਰ ਹੋਰਾਂ ਨੇ ਇਹ ਗੱਲ ਜਿਹੜੀ ਜ਼ਰੂਰ ਆਖੀ ਹੈ ਉਹਨਾਂ ਨੂੰ ਕਿ ਜਿਹੜੇ ਸਕੂਲਾਂ ਦੇ ਵਿੱਚ 20 ਤੋਂ ਘੱਟ ਬੱਚੇ ਹੋਣਗੇ ਉਹਨਾਂ ਸਕੂਲਾਂ ਨੂੰ 30 ਨਵੰਬਰ ਤੱਕ ਜਿੰਦਰੇ ਜਿਹੜੇ ਆ ਜੀ ਉਹ ਲਾ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਬੋਗਸ ਦਾਖਲੇ ਨਾ ਕੀਤੇ ਜਾਣ ਔਰ ਪੰਚਾਇਤਾਂ ਦੀ ਮਦਦ ਦੇ ਨਾਲ ਬੱਚਿਆਂ ਦੀ ਗਿਣਤੀ ਵਧਾਉਣ ਦਾ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੀ ਮਦਦ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਲਈ ਜਾਵੇ। ਹੁਣ ਵੇਖਣਾ ਇਹ ਹੋਊਗਾ ਜੀ ਕਿ ਜਿਹੜਾ ਇਹ ਸਮਾਂ ਮਿਲਿਆ ਹੈ ਇਹਨਾਂ ਯੂਨੀਅਨ ਦੇ ਆਗੂਆਂ ਨੂੰ, ਇਹ 800 ਸਕੂਲਾਂ ਦੀ ਹੋਂਦ ਰਹੇ ਜਾਂ ਨਾ, ਉਹਦੇ ਉੱਤੇ ਉਹ ਕਿੰਨਾ ਕੰਮ ਜਿਹੜਾ ਜੀ ਉਹ ਕਰ ਸਕਦੇ ਨੇ। ਆਈ ਥਿੰਕ ਦੂਸਰਾ ਇੱਕ ਡਿਊਟੀ ਜਿਹੜੀ ਹੈ ਜੀ ਸਰਕਾਰ ਦੀ ਚੱਲਦੀ ਹੈ ਤੇ ਪੰਚਾਇਤਾਂ ਦੀ ਵੀ ਡਿਊਟੀ ਜਿਹੜੀ ਹੈ ਜੀ ਉਹ ਬਣਦੀ ਆ। ਪਿੰਡਾਂ ਵਾਲਿਆਂ ਦੀ ਖਾਸ ਤੌਰ ਦੇ ਉੱਤੇ ਡਿਊਟੀ ਜਿਹੜੀ ਬਣਦੀ ਹੈ ਕਿ ਉਹਦੇ ਵਿੱਚ ਬੱਚੇ ਜਿਹੜੇ ਨੇ ਉਹਨਾਂ ਦੀ ਗਿਣਤੀ ਉਹ ਵਧਾਉਣ, ਜੇ ਇਹਨਾਂ ਦੀ ਹੋਂਦ ਜਿਹੜੀ ਆ ਉਹ ਬਰਕਰਾਰ ਰੱਖਣੀ ਆ। ਜੀ ਬਹੁਤ ਜ਼ਰੂਰੀ ਆ। ਟੀਚਰਾਂ ਦੀ ਵੀ ਥੋੜ੍ਹੀ ਜਿਹੀ ਬਣਦੀ ਆ, ਨਹੀਂ ਤਾਂ ਇੰਨੇ ਪੈਸੇ ਲੈਂਦੇ ਨੇ ਤਾਂ ਜੋਬਾਂ ਤੇ ਫਿਰ ਗਈਆਂ। ਤੇ ਅੱਗੇ ਕਈ ਦੇਰ ਦਾ ਇਹ ਰੌਲਾ ਪੈਂਦਾ ਆ ਮੁਫਤ ਦੀ ਬਿਜਲੀ। ਜਿਹੜੇ ਸਰਮਾਏਦਾਰ ਆ ਜੀ ਵੱਡੇ ਉਹ ਮੁਫਤ ਦੀ ਬਿਜਲੀ ਛੱਡਣ ਨੂੰ ਤਿਆਰ ਨੇ। ਨਾ ਜੀ ਬਿਲਕੁਲ ਨਹੀਂ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜੂਨ 17 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਤੇ ਸਿਆਸੀ ਆਗੂਆਂ ਨੂੰ ਇਹ ਕਿਹਾ ਸੀਗਾ ਕਿ ਉਹ ਆਪਣੀ ਮਰਜ਼ੀ ਦੇ ਨਾਲ ਮੁਫਤ ਬਿਜਲੀ ਦੀ ਸੁਵਿਧਾ ਜਿਹੜੀ ਆ ਉਹ ਛੱਡ ਦੇਣ। ਮੁੱਖ ਮੰਤਰੀ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁਫਤ ਬਿਜਲੀ ਛੱਡਣ ਦਾ ਐਲਾਨ ਕੀਤਾ ਸੀਗਾ। ਸਿਰਫ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪਾਵਰਕਾਮ ਨੂੰ ਚਿੱਠੀ ਭੇਜ ਕੇ ਇਹ ਅਪੀਲ ਕੀਤੀ ਸੀ ਉਹਨਾਂ ਨੂੰ ਬਿੱਲ ਨਾ ਭੇਜਿਆ ਜਾਵੇ। ਕੁਲਜੀਤ ਸਿੰਘ ਨਾਗਰਾ ਤਾਂ ਭੁੱਲ ਗਏ, ਨਾ ਕੈਪਟਨ ਸਾਹਿਬ ਨੇ ਛੱਡੀ ਨਾ ਨਾਗਰਾ ਸਾਹਿਬ ਨੇ ਜਿਹੜਾ ਜੀ ਉਹ ਛੱਡੀ। ਮਨਪ੍ਰੀਤ ਸਿੰਘ ਬਾਦਲ ਹੋਰੀ ਪੱਲਾ ਝਾੜਦੇ ਰਹੇ ਕਿ ਮੇਰੇ ਟਿਊਬਵੈਲ ਹੀ ਕੋਈ ਨਹੀਂ ਲੱਗਿਆ ਹੋਇਆ, ਇਸ ਕਰਕੇ ਮੈਂ ਕਾਹਦੀ ਬਿਜਲੀ ਛੱਡਾਂ, ਜਦੋਂ ਕਿ ਤੱਥ ਜਿਹੜੇ ਸਾਹਮਣੇ ਆ ਰਹੇ ਕਿ 2 ਟਿਊਬਵੈਲ ਉਹਨਾਂ ਦੇ ਵੀ ਜਿਹੜਾ ਉਹ ਲੱਗੇ ਹੋਏ ਆ। ਖੇਤੀ ਖੇਤਰ ਦੇ ਵਿੱਚ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਰੇਟ ਮੁਤਾਬਕ 605 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਜਿਹੜਾ ਜੀ ਉਹ ਭਰਨਾ ਪਊਗਾ। ਸਰਕਾਰ ਕਿਸੇ ਤਰੀਕੇ ਥੋੜੇ ਜਿਹੇ ਫਲੈਟ ਰੇਟ ਲਾ ਕੇ ਵੱਡੇ ਕਿਸਾਨਾਂ ਤੋਂ ਬਿਜਲੀ ਬਿੱਲ ਭਰਨ ਦੀ ਸ਼ੁਰੂਆਤ ਕਰਾਉਣ ਸੰਬੰਧੀ ਪ੍ਰਸਤਾਵ ਲਿਆਉਣ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਕਰ ਰਹੀ ਹੈ। ਜਿਹੜੀ ਮੁੱਖ ਮੰਤਰੀ ਹੋਰਾਂ ਦੀ ਅਪੀਲ ਸੀ ਇਹਨੂੰ ਅਮਲ ਦੇ ਵਿੱਚ ਲਿਆਉਣ ਦੇ ਵਾਸਤੇ ਪਾਵਰਕਾਮ ਤੋਂ ਮੁਫਤ ਬਿਜਲੀ ਛੱਡਣ ਬਦਲੇ ਆਉਣ ਵਾਲੇ ਬਿੱਲਾਂ ਦਾ ਵੇਰਵਾ ਜਿਹੜਾ ਜੀ ਉਹ ਮੰਗਿਆ ਗਿਆ ਸੀਗਾ। ਪਾਵਰਕਾਮ ਦੇ ਵੱਲੋਂ ਸਰਕਾਰ ਨੂੰ ਭੇਜੇ ਵੇਰਵੇ ਦੇ ਵਿੱਚੋਂ 458 ਪੈਸੇ ਪ੍ਰਤੀ ਯੂਨਿਟ ਤੇ ਫਲੈਟ ਰੇਟ ਤੇ 338 ਰੁਪਏ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਦੇ ਨਾਲ ਬਿੱਲ ਲੱਗਣ ਦੀ ਤਸਦੀਕ ਸੀ, ਕਿਉਂਕਿ ਰੈਗੂਲੇਟਰੀ ਕਮਿਸ਼ਨ ਨੇ 16-17 ਦੇ ਬਿਜਲੀ ਦਰਾਂ ਦੇ ਹੁਕਮ ਦੇ ਵਿੱਚ ਖੇਤੀਬਾੜੀ ਖੇਤਰ ਲਈ ਇਹਨਾਂ ਦਰਾਂ ਨੂੰ ਮਨਜ਼ੂਰੀ ਦਿੱਤੀ ਸੀ। ਹੁਣ 17-18 ਦੇ ਵਾਸਤੇ ਇਹ ਦਰਾਂ ਵੱਧ ਕੇ 605 ਪੈਸੇ ਪ੍ਰਤੀ ਯੂਨਿਟ ਜਿਹੜੀਆਂ ਦੀ ਉਹ ਹੋ ਗਈਆਂ ਨੇ। ਔਰ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਚਲੇ ਜਾਣ ਕਰਕੇ ਅੱਧੇ ਤੋਂ ਵੱਧ ਟਿਊਬਵੈਲ ਕਨੈਕਸ਼ਨ ਜਿਹੜੇ ਨੇ ਉਹ 10 ਹਾਰਸ ਪਾਵਰ ਤੋਂ ਵੱਧ ਨੇ। ਕੁੱਲ ਕਰੀਬ 13 ਲੱਖ ਟਿਊਬਵੈਲਾਂ ਦੇ ਵਿੱਚੋਂ 1.5 ਲੱਖ ਦੇ ਕਰੀਬ ਤਾਂ 15 ਹਾਰਸ ਪਾਵਰ ਤੋਂ ਵੀ ਵੱਧ ਨੇ। ਔਰ 10 ਹਾਰਸ ਪਾਵਰ ਦੇ ਪ੍ਰਤੀ ਮਹੀਨਾ 4460 ਰੁਪਏ ਜਿਹੜੇ ਆ ਜੀ ਉਹ ਭਰਨੇ ਪੈਣਗੇ। 97 ਦੇ ਵਿੱਚ ਬਾਦਲ ਸਰਕਾਰ ਦੇ ਵੱਲੋਂ ਬਿਜਲੀ ਮੁਫਤ ਦੇਣ ਦੇ ਐਲਾਨ ਵੇਲੇ ਖੇਤੀ ਖੇਤਰ ਦੀ ਬਿਜਲੀ ਦਾ ਫਲੈਟ ਰੇਟ 50 ਰੁਪਏ ਪ੍ਰਤੀ ਹਾਰਸ ਪਾਵਰ ਦੇ ਕਰੀਬ ਸੀਗਾ। ਔਰ ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ ਦੇ ਵਿੱਚ 60 ਦੇ ਕਰੀਬ ਵਿਧਾਇਕਾਂ ਨੇ ਨਾ ਕੇਵਲ ਮੋਟੀਆਂ ਜ਼ਮੀਨਾਂ ਵਾਲੇ ਨੇ ਜੀ, ਬਲਕਿ ਇਹਨਾਂ ਦੀ ਆਮਦਨ ਦੇ ਹੋਰ ਵੀ ਕਈ ਸਰੋਤ ਹੈਗੇ ਨੇ, ਪਰ ਮੁਫਤ ਛੱਡਣ ਨੂੰ ਦਿਲ ਨਹੀਂ ਕਰਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਅੱਧੀ ਰਾਤ ਆਂਗਨਵਾੜੀ ਵਰਕਰਾਂ ਦੇ ਉੱਤੇ ਪੁਲਿਸ ਦਾ ਡੰਡਾ ਚੱਲਿਆ। ਦੇਖੋ ਜੀ, ਆਂਗਨਵਾੜੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਮਹਿਲ ਘੇਰਨਾ ਸੀਗਾ ਜੀ। ਵੈਸੇ ਉਹ ਇੱਥੇ ਆਉਂਦੇ ਤਾਂ ਹੈ ਨਹੀਂਗੇ ਜੀ, ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਇੱਕ ਅੱਧੀ ਵਾਰੀ ਆਏ ਨੇ, ਪਰ ਨਿਸ਼ਾਨੇ ਦੇ ਉੱਤੇ ਜਿਹੜਾ ਦੀ ਜ਼ਰੂਰ ਹੈਗਾ ਜਿਹੜੇ ਵੱਖ-ਵੱਖ ਸੰਘਰਸ਼ ਕਰਦੇ ਲੋਕ ਨੇ ਉਹਨਾਂ ਦੇ। ਆਂਗਨਵਾੜੀ ਵਰਕਰਾਂ ਨੂੰ ਇਸ ਪਾਸੇ ਤਾਂ ਨਹੀਂ ਆਉਣ ਦਿੱਤਾ ਗਿਆ, ਘੇਰ ਲਿਆ ਗਿਆ ਇਹਨਾਂ ਨੂੰ ਰੇਲਵੇ ਸਟੇਸ਼ਨ ਦੇ ਕੋਲੇ। ਰੇਲਵੇ ਸਟੇਸ਼ਨ ਦੇ ਉੱਤੇ ਘਿਰੀਆਂ ਰਹੀਆਂ ਜੀ ਰਾਤ, ਔਰ ਰਾਤ ਨੂੰ ਜਿਹੜਾ ਸੀਗਾ ਜੀ ਇਹਨਾਂ ਨੂੰ ਇਹ ਕਿਹਾ ਗਿਆ ਜੀ ਦਫਾ 144 ਲੱਗੀ ਹੋਈ ਹੈ, ਤੁਰੰਤ ਇਹ ਜਗ੍ਹਾ ਖਾਲੀ ਕਰ ਦਿਓ। ਪਰ ਇਹ ਅੜੀਆਂ ਰਹੀਆਂ ਇਸ ਗੱਲ ਦੇ ਉੱਤੇ ਕਿ ਮੁੱਖ ਮੰਤਰੀ ਹੋਰਾਂ ਦੇ ਨਾਲ ਮੀਟਿੰਗ ਉਹਨਾਂ ਦੀ ਸੈਟਅਪ ਕਰਵਾਓ, ਨਹੀਂ ਤਾਂ ਉਹ ਇਹ ਥਾਂ ਛੱਡ ਕੇ ਜਾਣਗੀਆਂ ਨਹੀਂ।
ਪੁਲਿਸ ਨੇ ਜਿਹੜੀਆਂ ਇਹ ਔਰਤਾਂ ਸੀਗੀਆਂ ਜੀ ਇਹਨਾਂ ਦੇ ਉੱਤੇ, ਕਿਉਂਕਿ ਠੰਡ ਹੋ ਗਈ ਹੈ ਜੀ ਇਹਨਾਂ ਦਿਨਾਂ ਦੇ ਦੌਰਾਨ, ਠੰਡਾ ਪਾਣੀ ਲਿਆ ਕੇ ਉਹਦੀਆਂ ਵਿਛਾੜਾਂ ਕੀਤੀਆਂ ਪਹਿਲਾਂ, ਮੁੜ ਕੇ ਪੁਲਿਸ ਦਾ ਡੰਡਾ ਜਿਹੜਾ ਸੀਗਾ ਜੀ ਇਹਨਾਂ ਔਰਤਾਂ ਦੇ ਉੱਤੇ ਚੱਲਿਆ। ਦੇਖੋ ਇੱਕ ਕਲਚਰ ਹੈ, ਚਾਹੇ ਕੁਝ ਵੀ ਆ, ਇਸ ਪੰਜਾਬ ਦਾ ਕਲਚਰ ਤਾਂ ਹੈ ਨਾ, ਕਿੱਥੇ ਔਰਤ ਦੀ ਇੱਕ ਰਿਸਪੈਕਟ ਤਾਂ ਕੀਤੀ ਜਾਂਦੀ ਆ। ਕੋਈ ਹੋਰ ਤਰੀਕੇ ਹੋ ਸਕਦੇ ਸੀ ਉਹਨਾਂ ਨੂੰ ਸਮਝਾਉਣ ਬੁਝਾਉਣ ਦੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਜੀ ਉੱਥੋਂ ਤੋਰਿਆ ਜਾਂਦਾ, ਪਰ ਡਾਂਗਾ ਉਹ ਵੀ ਅੱਧੀ ਰਾਤ ਨੂੰ ਔਰਤਾਂ ਦੇ ਉੱਤੇ ਠੰਡੇ ਪਾਣੀ ਦੀਆਂ ਜਿਹੜੀਆਂ ਜੀ ਉਹ ਬਸ਼ਾਰਾਂ ਜਿਹੜੀਆਂ ਉਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਈਆਂ ਜਾ ਸਕਦੀਆਂ ਜੀ। ਜਿਹੜੇ SP ਨੇ ਉਹ ਕਹਿੰਦੇ ਕਿ ਕੋਈ ਕਿਸੇ ਨੂੰ ਜਿਹੜਾ ਜੀ ਨਹੀਂ ਮਾਰਿਆ ਕੁੱਟਿਆ ਗਿਆ, ਸਿਰਫ ਪਾਣੀ ਦੀ ਵਿਛਾੜਾਂ ਕੀਤੀਆਂ ਗਈਆਂ, ਜਦੋਂ ਕਿ ਜਿਹੜੀਆਂ ਵੀਡੀਓ ਇਸ ਵੇਲੇ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਉਹ ਬਿਲਕੁਲ ਉਲਟ ਕਹਾਣੀ ਜਿਹੜੀ ਹੈ ਜੀ ਉਹ ਦੱਸ ਰਹੀਆਂ ਨੇ ਕਿ ਉੱਥੇ ਕੁੱਟਮਾਰ ਵੀ ਹੋਈ ਹੈ, ਡਾਂਗਾਂ ਵੀ ਜਿਹੜੀਆਂ ਵਰੀਆਂ ਨੇ, ਧੂ ਕੇ ਵੀ ਔਰਤਾਂ ਨੂੰ ਜਿਹੜਾ ਜੀ ਉੱਥੋਂ ਪਾਸੇ ਕੀਤਾ ਗਿਆ। ਜਿਹੜੀਆਂ ਆਂਗਨਵਾੜੀ ਦੀਆਂ ਵਰਕਰਾਂ ਨੇ ਉਹਨਾਂ ਦੇ ਵੱਲੋਂ ਐਜੀਟੇਸ਼ਨ ਜਿਹੜੀ ਹੈ ਜੀ ਉਹ ਨਿਰੰਤਰ ਜਾਰੀ, ਨਾ ਸਿਰਫ ਪਟਿਆਲੇ ਦੇ ਵਿੱਚ, ਬਾਕੀ ਹੋਰ ਡਿਸਟ੍ਰਿਕਟ ਦੇ ਵਿੱਚ ਵੀ ਕੁਝ ਜਿਹੜੀਆਂ ਉਹ ਗ੍ਰਿਫਤਾਰ ਵੀ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਉੱਤੇ ਧਾਰਾ 107 151 ਦੇ ਤਹਿਤ ਇਹਨਾਂ ਦੇ ਮਾਮਲੇ ਦਰਜ ਕੀਤੇ ਗਏ ਆ ਜੀ। ਤੇ ਜੀ ਆਪਾਂ ਅੱਗੇ ਗੱਲ ਕਰਦੇ ਹਾਂ, ਸਰਕਾਰ ਨੇ ਕੁੱਤਾ ਬਿੱਲਾ ਟੈਕਸ ਕੀ ਹੈਗਾ ਆ, ਇਸ ਤੋਂ ਪੱਲਾ ਝਾੜਿਆ? ਐਕਚੁਅਲੀ ਜੀ ਇਹ ਕੱਲ ਜਿਹੜਾ ਸੀਗਾ ਨਾ ਜੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਇਹ ਵਰਡ ਫੈਲਿਆ ਕਿ ਸਰਕਾਰ ਨੇ ਕੁੱਤਾ ਬਿੱਲਾ ਟੈਕਸ ਲਾਤਾ। ਕੁੱਤਾ ਰੱਖਣ ਦੇ ਉੱਤੇ 250 ਰੁਪਇਆ, ਬਿੱਲੀ ਰੱਖਣ ਦੇ ਉੱਤੇ 250 ਰੁਪਇਆ, ਗਾਂ ਰੱਖੋਗੇ ਉਹਦੇ ਉੱਤੇ 550 ਰੁਪਇਆ, ਮੱਝ ਰੱਖੋਗੇ ਉਹਦੇ ਉੱਤੇ ਜਿਹੜਾ ਜੀ ਉਹ 500 ਰੁਪਇਆ। ਇਹ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਗਿਆ ਜੀ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ WhatsApp ਦੇ ਉੱਤੇ ਲਗਾਤਾਰ ਜਿਹੜਾ ਜੀ ਉਹ ਚੱਲਦਾ ਰਿਹਾ। ਕਈ ਚੁਟਕਲੇ ਵੀ ਜਿਹੜੇ ਸੀਗੇ ਜੀ ਉਹ ਆ ਗਏ। ਲੋਕ ਕਹਿੰਦੇ ਕੋਈ ਕਹਿੰਦਾ ਜੀ ਮੈਂ ਮੱਛੀਆਂ ਰੱਖੀਆਂ ਹੋਈਆਂ ਨੇ, ਜੇ ਇਹਨਾਂ ਤੇ ਵੀ ਟੈਕਸ ਲੱਗ ਰਿਹਾ ਤੇ ਦੱਸੋ ਤਾਂ ਕਿ ਉਦੋਂ ਪਹਿਲਾਂ ਮੈਂ ਨਿਬੇੜ ਲਵਾਂ। ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਜਦੋਂ ਚੱਲਣੀਆਂ ਸ਼ੁਰੂ ਹੋਈਆਂ ਤਾਂ ਮੰਤਰੀਆਂ ਦੇ ਫੋਨ ਜਿਹੜੇ ਸੀਗੇ ਉਹ ਖੜਕਣ ਲੱਗ ਗਏ ਬੜੀ ਤੇਜ਼ੀ ਦੇ ਨਾਲ ਕਿ ਕੀ ਏਦਾਂ ਦਾ ਕੋਈ ਟੈਕਸ ਆ ਰਿਹਾ। ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਸੋਸ਼ਲ ਮੀਡੀਆ ਤੋਂ ਜਿਹੜਾ ਦੀ ਪੜ੍ਹ ਕੇ ਝੱਟ ਦੇ ਨਹੀਂ ਬਿਆਨ ਵੀ ਦੇ ਦਿੱਤਾ ਕਿ ਇਹ ਸਰਕਾਰ ਦੀ ਗਲਤ ਪਾਲਿਸੀ ਆ। ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਉੱਤੇ ਨਿਸ਼ਾਨਾ ਲਾਇਆ ਕਿ ਉਹਨਾਂ ਨੇ ਕੁੱਤਾ ਬਿੱਲਾ ਟੈਕਸ ਕਿਉਂ ਲਾਤਾ ਪੰਜਾਬ ਦੇ ਵਿੱਚ। ਹਾਲਾਂਕਿ ਬੜੀ ਤੇਜ਼ੀ ਦੇ ਨਾਲ ਇਹ ਕਿਉਂਕਿ ਖਬਰ ਫੈਲ ਗਈ ਤੇ ਜਿਹੜੇ ਵਿੱਤ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ, ਉਹਨਾਂ ਨੂੰ ਇਹ ਕਹਿਣਾ ਪਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਇਹ ਜਿਹੜੇ ਕੋਈ ਟੈਕਸ ਜਿਹੜਾ ਦੀ 250 ਤੋਂ ਲੈ ਕੇ 500 ਰੁਪਏ ਤੱਕ ਪਾਲਤੂ ਜਾਨਵਰਾਂ ਦੇ ਉੱਤੇ ਨਹੀਂ ਲਾਇਆ ਜਾ ਰਿਹਾ। ਇਹ ਗੱਲ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਹੀ, ਪਰ ਜਿਹੜੇ ਸੂਤਰ ਨੇ ਉਹ ਇਹ ਦੱਸਦੇ ਨੇ ਕਿ ਇਹ ਵਿਰੋਧ ਕਰਕੇ ਜਿਹੜਾ ਜੀ ਉਹ ਰੋਕ ਲਿਆ ਗਿਆ। ਐਕਚੁਅਲੀ ਸਰਕਾਰ ਦੇ ਜਿਹੜਾ ਜੀ ਇਹ ਏਜੰਡੇ ਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਟੈਕਸ ਲਾਉਣਾ। ਜੇ ਇਹ ਟੈਕਸ ਜਿਹੜਾ ਜੀ ਲੱਗਦਾ ਜਿਹਨੂੰ ਸੋਸ਼ਲ ਮੀਡੀਆ ਨੇ ਨਾਂ ਦਿੱਤਾ ਜੀ ਕੁੱਤਾ ਬਿੱਲਾ ਟੈਕਸ, ਤੇ ਇਹਦੇ ਨਾਲ ਇਹ ਹੋਊਗਾ ਜੀ ਜਿਹੜੇ ਪਾਲਤੂ ਜਾਨਵਰ ਨੇ, ਚਲੋ ਕੁੱਤਾ ਰੱਖਣਾ ਸ਼ੌਕ ਹੋ ਸਕਦਾ, ਬਿੱਲੀ ਰੱਖਣੀ ਜਿਹੜੀ ਹੈ ਜੀ ਉਹ ਸ਼ੌਕ ਹੋ ਸਕਦਾ, ਤੇ ਜਿਹੜੀਆਂ ਮੱਝਾਂ ਤੇ ਗਾਵਾਂ ਇਹ ਤਾਂ ਸਹਾਇਕ ਖੇਤੀ ਧੰਦੇ ਆ ਕਿਸਾਨਾਂ ਦੇ। ਜੇ ਇਹਨਾਂ ਦੇ ਉੱਤੇ ਵੀ ਟੈਕਸ ਲੱਗਦਾ ਤਾਂ ਇਹਦਾ ਮਤਲਬ ਇਹ ਕਿ ਕਿਸਾਨ ਦੇ ਉੱਤੇ ਇੱਕ ਨਵਾਂ ਬੋਝ ਜਿਹੜਾ ਜੀ ਉਹ ਪਊਗਾ। ਹੁਣ ਦੇਖਣਾ ਇਹੀ ਹੋਊਗਾ ਜੀ ਕਿ ਸਰਕਾਰ ਹਾਲ ਦੀ ਘੜੀ ਤਾਂ ਕਹਿੰਦੀ ਹੈ ਕਿ ਕੋਈ ਏਦਾਂ ਦਾ ਟੈਕਸ ਨਹੀਂ ਲੱਗ ਰਿਹਾ, ਔਰ ਜੇ ਜਿਹੜਾ ਜੀ ਇਹ ਲੱਗਦਾ ਤੇ ਫਿਰ ਜਿਹੜੇ ਤੁਰੇ ਫਿਰਦੇ ਨੇ ਜੀ ਸੜਕਾਂ ਦੇ ਉੱਤੇ ਅਵਾਰਾ ਜਾਨਵਰ, ਪਸ਼ੂ, ਗਾਵਾਂ ਜਿਹੜੀਆਂ ਜੀ ਲੋਕਾਂ ਦੇ ਵਿੱਚ ਵੱਜਦੀਆਂ, ਇਹਨਾਂ ਦਾ ਕੀ ਇਲਾਜ ਹੋਊਗਾ? ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਹੈ ਤੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।